ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਡਾਕਟਰ ਤੇਜਿੰਦਰਪਾਲ ਸਿੰਘ ਗਰੇਵਾਲ, ਕੰਸਲਟੈਂਟ ਇੰਟਰਨਲ ਮੈਡੀਸਨ ਐਂਡ ਡਾਇਬਟੋਲੋਜਿਸਟ, ਫੋਰਟਿਸ ਹਸਪੀਟਲ ਲੁਧਿਆਣਾ। ਮੇਰੇ ਨਾਲ ਡਾਕਟਰ ਜਸਪ੍ਰੀਤ ਸਿੰਘ, ਐਸੋਸੀਏਟ ਕੰਸਲਟੈਂਟ ਐਂਡੋਕਰਾਈਨੋਲੋਜੀ। ਅੱਜ 14 ਨਵੰਬਰ ਹੈ। 14 ਨਵੰਬਰ ਸਾਰੇ ਦੁਨੀਆ ਭਰ ਦੇ ਵਿੱਚ ਵਰਲਡ ਡਾਇਬਟੀਜ਼ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ, ਮਤਲਬ ਵਿਸ਼ਵ ਡਾਇਬਟੀਜ਼ ਦਿਵਸ। ਅੱਜ ਦੇ ਦਿਨ ਅਸੀਂ ਇਸ ਲਈ ਚੁਣਿਆ ਹੈ ਕਿ ਅੱਜ ਅਸੀਂ ਦੋਨੋਂ ਹੀ ਸ਼ੂਗਰ ਸਪੈਸ਼ਲਿਸਟ ਇਸ ਬਿਮਾਰੀ ਦੇ ਬਾਰੇ ਆਪਣੇ ਕੁਝ ਵਿਚਾਰ ਸਾਂਝੇ ਕਰਨੇ ਚਾਹਾਂਗੇ। ਡਾਕਟਰ ਜਸਪ੍ਰੀਤ, 14 ਨਵੰਬਰ ਦੀ ਇੰਪੋਰਟੈਂਸ ਇਸ ਗੱਲੋਂ ਹੈ ਕਿਉਂਕਿ ਜੋ ਡਾਇਬਟੀਜ਼ ਹੈ ਵਿਸ਼ਵ ਵਿੱਚ ਅਰਾਊਂਡ 55 ਕਰੋੜ ਲੋਕਾਂ ਨੂੰ ਹੈ। ਦੂਜਾ ਅਗਰ ਦੇਖਿਆ ਜਾਏ ਤਾਂ ਭਾਰਤ ਦੇਸ਼ ਵਿੱਚ ਲਗਭਗ 7 ਕਰੋੜ ਬੰਦਾ ਜਿਹੜੇ ਹਨ ਪਾਪੂਲੇਸ਼ਨ ਹੈ ਉਹਨਾਂ ਨੂੰ ਡਾਇਬਟੀਜ਼ ਹੈ। ਡਾਇਬਟੀਜ਼ ਇੱਕ ਐਸੀ ਬਿਮਾਰੀ ਹੈ ਜਿਸ ਵਿੱਚ ਸਾਡੀ ਬਲੱਡ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਸਾਡੀ ਬਾਡੀ ਜਿਹੜਾ ਸਾਡਾ ਮੇਨ ਗਲੂਕੋਜ਼ ਹੈ ਉਹਨੂੰ ਯੂਟਿਲਾਈਜ਼ ਨਹੀਂ ਕਰ ਪਾਉਂਦੀ। ਡਾਇਬਟੀਜ਼ ਦੇ ਬੜੇ ਸਾਰੇ ਪ੍ਰਕਾਰ ਹਨ, ਉਹਨਾਂ ਬਾਰੇ ਹੁਣ ਤੁਹਾਨੂੰ ਡਾਕਟਰ ਤੇਜਿੰਦਰ ਦੱਸਣਗੇ। डायबिटीज़ जो है टाइप 1 और टाइप 2 डायबिटीज़ दो मेजर जो इंपॉर्टेंट शुगर के टाइप्स ਹਨ। ਉਹ ਹੈ टाइप 1 ਜੋ ਕਿ ਆਮ ਤੌਰ ਤੇ ਆਪਾਂ ਛੋਟੇ ਬੱਚਿਆਂ ਦੇ ਵਿੱਚ ਦੇਖਦੇ ਹਾਂ, ਜਿਹਦੇ ਵਿੱਚ ਬਾਡੀ ਦੇ ਵਿੱਚ ਜੋ ਇੱਕ ਪੈਨਕ੍ਰੀਆਸ ਨਾਮ ਦਾ ਆਰਗਨ ਹੁੰਦਾ ਹੈ ਜੋ ਕਿ ਇਨਸੂਲਿਨ ਬਣਾਉਂਦਾ ਹੈ। ਇਨਸੂਲਿਨ ਸਰੀਰ ਦੇ ਵਿੱਚ ਸ਼ੂਗਰ ਨੂੰ ਯੂਟਿਲਾਈਜ਼ ਕਰਕੇ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ। ਟਾਈਪ 1 ਡਾਇਬਟੀਜ਼ 'ਚ ਕੀ ਹੁੰਦਾ ਹੈ, ਛੋਟੇ ਬੱਚਿਆਂ ਦੇ ਵਿੱਚ ਪੈਨਕ੍ਰੀਆਸ ਆਰਗਨਸ ਦੇ ਵਿੱਚੋਂ ਇਨਸੂਲਿਨ ਬਣਦੀ ਹੀ ਨਹੀਂ, ਜਿਸ ਦੇ ਕਰਕੇ ਸ਼ੂਗਰ ਅਨਕੰਟਰੋਲਡ ਹੋ ਜਾਂਦੀ ਹੈ। ਇਸੇ ਲਈ ਇਸ ਟਾਈਪ 1 ਡਾਇਬਟੀਜ਼ ਨੂੰ, ਜੋ ਬੱਚਿਆਂ ਨੂੰ ਡਾਇਬਟੀਜ਼ ਹੁੰਦੀ ਹੈ, ਉਹਨੂੰ ਟ੍ਰੀਟ ਕਰਨ ਲਈ ਆਪਾਂ ਨੂੰ ਇਨਸੂਲਿਨ ਦੇ ਟੀਕੇ ਹੀ ਦੇਣੇ ਪੈਂਦੇ ਹਨ। ਇਸ ਚੀਜ਼ ਦਾ ਹੋਰ ਕੋਈ ਇਸ ਤੋਂ ਇਲਾਵਾ ਹੱਲ ਜਾਂ ਇਲਾਜ ਨਹੀਂ। ਦੂਸਰਾ ਹੈ ਟਾਈਪ 2 ਡਾਇਬਟੀਜ਼। ਉਹ ਆਮ ਤੌਰ ਤੇ 40 ਸਾਲ ਦੀ ਉਮਰ ਤੋਂ ਬਾਅਦ ਵਿੱਚ ਹੁੰਦੀ ਹੈ, ਜੋ ਕਿ ਆਪਾਂ ਬਜ਼ੁਰਗਾਂ ਦੇ ਵਿੱਚ ਜਾਂ ਐਲਡਰਲੀ ਲੋਕਾਂ ਦੇ ਵਿੱਚ ਦੇਖਦੇ ਹਾਂ। ਇਹ ਹੈ ਕਿ ਅੱਜ ਕੱਲ੍ਹ ਇਹ ਬਿਮਾਰੀ ਜੋ ਟਾਈਪ 2 ਡਾਇਬਟੀਜ਼ ਹੈ ਇਹ 40 ਤੋਂ ਪਹਿਲਾਂ ਵੀ ਆਉਣ ਲੱਗ ਗਈ ਹੈ। ਇਹਦਾ ਕਾਰਨ ਆਪਣਾ ਲਾਈਫ ਸਟਾਈਲ, ਖਾਣ ਪੀਣ ਦਾ ਔਰ ਮੋਟਾਪਾ, ਸਿਡੈਂਟਰੀ ਲਾਈਫ ਸਟਾਈਲ ਉਹ ਪਹਿਲਾਂ ਜਿੰਨਾ ਆਪਣਾ ਤੋਰਾ ਫੇਰਾ ਨਹੀਂ ਰਿਹਾ, ਉਸ ਦੇ ਕਰਕੇ ਟਾਈਪ 2 ਡਾਇਬਟੀਜ਼ ਹੁਣ 40 ਤੋਂ ਪਹਿਲਾਂ ਵੀ ਆਉਣ ਲੱਗ ਗਈ ਹੈ। ਇਸ ਦੇ ਵਿੱਚ ਟਾਈਪ 2 ਡਾਇਬਟੀਜ਼ ਦੇ ਵਿੱਚ ਕੀ ਹੁੰਦਾ ਹੈ, ਇਨਸੂਲਿਨ ਤਾਂ ਬਣਦੀ ਹੈ ਪੈਨਕ੍ਰੀਆਸ ਤੋਂ, ਪਰ ਜਿੱਥੇ ਉਹਨੇ ਅਸਰ ਕਰਨਾ ਹੈ ਬਾਕੀ ਆਰਗਨਸ ਤੇ, ਜਿਵੇਂ ਫੈਟ ਦੇ ਉੱਤੇ, ਮਸਲਸ ਦੇ ਉੱਤੇ, ਉੱਥੇ ਉਹ ਉਸ ਤਰ੍ਹਾਂ ਦਾ ਅਸਰ ਨਹੀਂ ਕਰ ਪਾਉਂਦੀ, ਜਿਸ ਦੇ ਕਰਕੇ ਬਾਡੀ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਉਸ ਤੋਂ ਬਾਅਦ ਕੁਝ ਹੋਰ ਤਰ੍ਹਾਂ ਦੇ ਵੀ ਡਾਇਬਟੀਜ਼ ਹਨ, ਸ਼ੂਗਰਸ ਹਨ, ਜਿੱਦਾਂ ਜੈਸਟੇਸ਼ਨਲ ਡਾਇਬਟੀਜ਼, ਜੋ ਕਿ ਮੋਸਟਲੀ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਦੇਖਿਆ ਜਾਂਦਾ ਹੈ। ਉਹ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਯੂਜਲੀ ਦੂਸਰੇ ਤਿਹਾਈ, ਸੈਕੰਡ ਟ੍ਰਾਈਮੈਸਟਰ, ਥਰਡ ਟ੍ਰਾਈਮੈਸਟਰ ਦੇ ਵਿੱਚ ਸ਼ੂਗਰ ਅਨਕੰਟਰੋਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਰਿਸਕ ਫੈਕਟਰ ਲੇਡੀਜ਼ ਲਈ ਵੀ ਅੱਗੇ ਜਾ ਕੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਔਰ ਬੱਚੇ ਲਈ ਵੀ। ਬੱਚੇ ਦਾ ਆਮ ਤੌਰ ਤੇ ਵਜ਼ਨ ਫਿਰ ਜ਼ਿਆਦਾ 3.5-4 ਕਿਲੋ ਦਾ ਬੱਚਾ ਹੁੰਦਾ ਹੈ, ਜਾਂ ਫਿਰ ਲੇਡੀਜ਼ ਅਗਰ ਬਾਅਦ ਦੇ ਵਿੱਚ, ਜੋ ਪ੍ਰੈਗਨੈਂਟ ਲੇਡੀਜ਼ ਆਫਟਰ ਪ੍ਰੈਗਨੈਂਸੀ ਆਪਣੀ ਡਾਈਟ ਦਾ ਔਰ ਐਕਸਰਸਾਈਜ਼ਿਸ ਦਾ ਧਿਆਨ ਨਹੀਂ ਰੱਖਦੀ, ਉਹਨਾਂ ਦੇ ਵਿੱਚ ਲੰਬੇ ਸਮੇਂ ਦੀ ਕ੍ਰੋਨਿਕ ਸ਼ੂਗਰ ਹੋਣ ਦਾ ਅਸਾਰ ਬਣ ਜਾਂਦਾ ਹੈ। ਇੱਕ ਹੋਰ ਆਮ ਤੌਰ ਤੇ ਦੇਖਿਆ ਜਾਂਦਾ, ਜੋ ਲੋਕ ਡਰਿੰਕ ਕਰਦੇ ਨੇ, ਦਾਰੂ ਪੀਂਦੇ ਨੇ, ਅਲਕੋਹਲਿਕਸ ਹੁੰਦੇ ਨੇ, ਉਹਨਾਂ ਦੇ ਵਿੱਚ ਪੈਨਕ੍ਰੀਆਸ ਦੇ ਵਿੱਚ ਸੋਜਿਸ਼ ਆ ਜਾਂਦੀ ਹੈ, ਪੈਨਕ੍ਰੀਟਾਈਟਸ ਵਰਗਾ ਅਟੈਕ ਹੋ ਜਾਂਦਾ ਹੈ, ਕ੍ਰੋਨਿਕ, ਜੋ ਲੰਬੇ ਸਮੇਂ ਦੇ ਪੈਨਕ੍ਰੀਆਸ ਨੂੰ ਮਤਲਬ ਖਰਾਬ ਕਰ ਦਿੰਦਾ ਹੈ। ਸੋਜਿਸ਼ ਆਉਣ ਕਰਕੇ ਫਿਰ ਇਨਸੂਲਿਨ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਿਸ ਦੇ ਕਰਕੇ ਉਹਨਾਂ ਪੇਸ਼ੈਂਟਸ ਦੇ ਵਿੱਚ ਵੀ ਸ਼ੂਗਰ ਅਨਕੰਟਰੋਲਡ ਹੁੰਦੀ ਹੈ। ਅੱਗੇ ਹੁਣ ਹਨ ਉਹਦੇ ਲੱਛਣ ਕੀ ਹਨ, ਰਿਸਕ ਫੈਕਟਰਸ ਕੀ ਨੇ, ਤੇ ਡਾਇਗਨੋਸਿਸ ਉਹਨੂੰ ਕਿਵੇਂ ਕਰਨਾ ਹੈ। ਡਾਕਟਰ ਜੀ, ਅਗਰ ਲੱਛਣ ਸਿੰਪਟਮਸ ਦੀ ਗੱਲ ਕਰਾਂਗੇ ਤੇ ਡਾਇਬਟੀਜ਼ ਦੇ ਮੇਨ ਸਿੰਪਟਮਸ ਹਨ। ਪਹਿਲੇ ਤੇ ਤੁਹਾਨੂੰ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ। ਅਗਰ ਤੁਹਾਨੂੰ ਬਹੁਤ ਪਿਆਸ ਲੱਗਦੀ ਹੈ, ਦੂਜਾ ਨਾਲ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ। ਤੀਜਾ ਜੋ ਸਿੰਪਟਮ ਜੋ ਦੇਖਿਆ ਜਾਂਦਾ ਹੈ ਉਹ ਹੈ ਕਿ ਤੁਹਾਨੂੰ weight loss ਹੁੰਦਾ ਹੈ। ਇਹ ਤਿੰਨ ਸਿੰਪਟਮ ਬਹੁਤ ਹੀ ਕਾਮਨਲੀ ਦੇਖੇ ਜਾਂਦੇ ਹਨ। ਉਹਦੇ ਇਲਾਵਾ ਤੁਹਾਨੂੰ ਇਹ ਹੋ ਸਕਦਾ ਹੈ ਕਿ ਕਿਉਂਕਿ ਡਾਇਬਟੀਜ਼ ਵਿੱਚ ਤੁਹਾਡੀ ਇਨਫੈਕਸ਼ਨ ਨੂੰ ਲੜਨੇ ਦੀ ਐਬਿਲਿਟੀ ਦੀ ਘੱਟ ਹੋ ਜਾਂਦੀ ਹੈ, ਜਿਹਦੇ ਕਾਰਨ ਤੁਹਾਨੂੰ ਇਨਫੈਕਸ਼ਨਸ ਹੋਣੇ ਦੇ ਚਾਂਸਸ ਵੱਧ ਜਾਂਦੇ ਹਨ। ਉਹਦੇ ਇਲਾਵਾ ਅਗਰ ਕੋਈ ਐਡੋਲਸੈਂਟ ਵਿੱਚ ਕੋਈ ਸਾਨੂੰ ਪ੍ਰੈਜ਼ੈਂਟ ਕਰ ਸਕਦਾ ਹੈ ਤੇ ਜਿਹੜੀ ਫੀਮੇਲਸ ਹਨ ਉਹਨਾਂ ਨੂੰ ਮੈਂਸਟਰੂਅਲ ਇਰੈਗੂਲੈਰਿਟੀਜ਼ ਹੋ ਸਕਦੀਆਂ ਹਨ, PCOS ਕਰਕੇ ਵੀ ਪ੍ਰੈਜ਼ੈਂਟ ਕਰ ਸਕਦੀ ਹੈ। ਅਗਰ ਅਸੀਂ ਰਿਸਕ ਫੈਕਟਰਸ ਦੀ ਗੱਲ ਕਰਾਂ ਤੇ ਜੋ ਮੇਨ ਰਿਸਕ ਫੈਕਟਰ ਹਨ ਜਿਨ੍ਹਾਂ ਦੇ ਕਾਰਨ ਤੁਹਾਨੂੰ ਡਾਇਬਟੀਜ਼ ਹੋਣੇ ਦੇ ਚਾਂਸਸ ਵੱਧ ਸਕਦੇ ਹਨ, ਉਹਨਾਂ 'ਚ ਸਭ ਤੋਂ ਪਹਿਲੇ ਤੁਹਾਡੀ ਫੈਮਿਲੀ ਹਿਸਟਰੀ ਆ ਜਾਂਦੀ ਹੈ। ਫੈਮਿਲੀ ਹਿਸਟਰੀ 'ਚ ਮੈਂ ਕਹਾਂਗਾ ਕਿ ਅਗਰ ਕਿਸੇ ਦੇ ਦੋਨਾਂ ਪੇਰੈਂਟਸ ਨੂੰ ਅਗਰ ਡਾਇਬਟੀਜ਼ ਹੈ ਤੇ ਉਹਨਾਂ ਦੇ ਬੱਚੇ ਨੂੰ ਆਲਮੋਸਟ 40% ਚਾਂਸਸ ਹਨ ਡਾਇਬਟੀਜ਼ ਹੋਣ ਦੇ। ਅਗਰ ਕਿਸੇ ਦੀ ਫੈਮਿਲੀ ਸਪੋਜ਼ ਕੋਈ ਇੱਕ ਪੇਰੈਂਟ ਜਾਂ ਕੋਈ ਸਿਬਲਿੰਗ ਜਾਂ ਉਹਨਾਂ ਦੀ ਫੈਮਿਲੀ 'ਚ ਕਿਸੇ ਨੂੰ ਵੀ, ਜਿਸ ਤਰ੍ਹਾਂ ਮਾਮਾ ਤਾਈ ਜਾਂ ਇਹ
ਮਾਸੀ ਵਾਲੇ ਸਾਈਡ, ਭੂਆ ਵਾਲੇ ਸਾਈਡ ਕਿਸੇ ਨੂੰ ਵੀ ਡਾਇਬਟੀਜ਼ ਹੈ ਤਾਂ ਵੀ ਤੁਹਾਨੂੰ ਡਾਇਬਟੀਜ਼ ਹੋਣੇ ਦੀ ਰਿਸਕ ਵੱਧ ਜਾਂਦੀ ਹੈ। ਅਗਰ ਫੈਮਿਲੀ ਹਿਸਟਰੀ ਨੂੰ ਅਗਰ ਅਸੀਂ ਛੋੜ ਕੇ ਅਗਰ ਅਦਰ ਰਿਸਕ ਫੈਕਟਰਸ ਦੇਖਾਂਗੇ ਹੋਰ ਕੀ ਕਾਰਨ ਹੋ ਸਕਦੇ ਨੇ, ਉਸ ਵਿੱਚ ਆ ਜਾਂਦਾ ਹੈ ਮੋਟਾਪਾ। ਅਗਰ ਕੋਈ ਬਹੁਤ ਹੀ ਮੋਟਾ ਹੈ ਪਰਸਨ, ਉਹਨੂੰ ਡਾਇਬਟੀਜ਼ ਹੋਣੇ ਦੇ ਚਾਂਸਸ ਵੱਧ ਜਾਂਦੇ ਨੇ, ਕਿਉਂਕਿ ਜਿੰਨੀ ਵੀ ਓਬੇਸਿਟੀ ਵਾਲੇ ਜਿਸ ਪੇਸ਼ੈਂਟ ਨੂੰ ਓਬੇਸਿਟੀ ਹੁੰਦੀ ਹੈ, ਉਹ ਜਿਹੜੇ ਹਾਰਮੋਨਸ ਹੁੰਦੇ ਨੇ ਉਹ ਇਨਸੂਲਿਨ ਰੈਜ਼ਿਸਟੈਂਸ ਕਰਾਉਂਦੇ ਨੇ, ਜੋ ਮੇਨਲੀ ਟਾਈਪ 2 ਡਾਇਬਟੀਜ਼ ਕਰਾਉਂਦਾ ਹੈ। ਉਹਦੇ ਇਲਾਵਾ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਉਹਨੂੰ ਵੀ ਡਾਇਬਟੀਜ਼ ਹੋਣੇ ਦੀ ਰਿਸਕ ਵੱਧ ਜਾਂਦੀ ਹੈ। ਫਿਰ ਜਿਸ ਤਰ੍ਹਾਂ ਡਾਕਟਰ ਤਜਿੰਦਰ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਪ੍ਰੈਗਨੈਂਸੀ 'ਚ ਕਿਸੇ ਨੂੰ ਡਾਇਬਟੀਜ਼ ਹੁੰਦੀ ਹੈ, ਉਹ ਫੀਮੇਲ ਜਿਹਨੂੰ ਪ੍ਰੈਗਨੈਂਸੀ ਡਾਇਬਟੀਜ਼ ਹੁੰਦੀ ਹੈ ਜਾਂ ਜਿਸ ਦਾ ਬੇਬੀ ਅਗਰ 4 ਤੇ 4.5 kg ਤੋਂ ਵੱਧ ਹੁੰਦਾ ਹੈ, ਉਹਨਾਂ ਨੂੰ ਵੀ ਅੱਗੇ ਜਾ ਕੇ ਡਾਇਬਟੀਜ਼ ਹੋਣੇ ਦੇ ਚਾਂਸਸ ਬਹੁਤ ਹੀ ਵੱਧ ਜਾਂਦੇ ਨੇ। ਅਗਰ ਦੇਖਿਆ ਜਾਏ ਤਾਂ ਡਾਇਬਟੀਜ਼ ਦੀ ਡਾਇਗਨੋਸਿਸ ਅਸੀਂ ਕਿਸ ਤਰ੍ਹਾਂ ਮੇਨਲੀ ਅਸੀਂ ਬਲੱਡ ਸ਼ੂਗਰ ਦੇ ਨਾਲ ਹੀ ਕਰਦੇ ਹਾਂ, ਲੇਕਿਨ ਅੱਜ ਕੱਲ੍ਹ ਸਾਡੇ ਕੋਲ ਹੋਰ ਟੈਸਟ ਜਿਸ ਤਰ੍ਹਾਂ HbA1c ਵੀ ਅਵੇਲੇਬਲ ਹੈ। ਅਗਰ ਸ਼ੂਗਰ ਦੇ ਲੈਵਲ ਦੇ ਹਿਸਾਬ ਨਾਲ ਦੇਖੋਗੇ ਤੇ ਖਾਲੀ ਪੇਟ ਅਗਰ ਜਿਹੜਾ ਸ਼ੂਗਰ ਦਾ ਟੈਸਟ ਹੁੰਦਾ ਹੈ, ਉਸ ਵਿੱਚ ਅਗਰ ਕਿਸੇ ਦੀ ਸ਼ੂਗਰ 126 ਤੋਂ ਵੱਧ ਹੋਏ ਤੇ ਅਸੀਂ ਡਾਇਬਟੀਜ਼ ਬੋਲਦੇ ਹਾਂ। ਅਗਰ ਸਪੋਜ਼ ਉਸ ਦੀ 100 ਤੋਂ ਘੱਟ ਹੁੰਦੀ ਹੈ ਤੇ ਅਸੀਂ ਉਹਨੂੰ ਨਾਰਮਲ ਹੀ ਚਾਹੁੰਦੀ ਹੈ। ਅਗਰ ਕਿਸੇ ਦੀ ਸ਼ੂਗਰ 100 ਤੋਂ ਲੈ ਕੇ 126 ਤੱਕ ਰਹਿੰਦੀ ਹੈ, ਉਹ ਵੀ ਬਾਰਡਰ ਲਾਈਨ ਸ਼ੂਗਰ ਤੇ ਹੈ, ਉਹਨੂੰ ਪ੍ਰੀ ਡਾਇਬਟੀਜ਼ ਜੋ ਹੁੰਦਾ ਹੈ ਉਹ ਅਸੀਂ ਡਾਇਗਨੋਸ ਕਰਦੇ ਹਾਂ, ਉਹਨੂੰ ਅੱਗੇ ਜਾ ਕੇ ਡਾਇਬਟੀਜ਼ ਹੋਣੇ ਦੀ ਰਿਸਕ ਵੱਧ ਜਾਂਦੀ ਹੈ। ਉਸੇ ਤਰ੍ਹਾਂ ਅਗਰ ਖਾਣੇ ਤੋਂ ਬਾਅਦ ਦੀ ਅਗਰ ਸ਼ੂਗਰ ਦੇਖਾਂਗੇ ਤੇ ਅਗਰ ਮੋਰ ਦੈਨ 200 ਹੈ ਤੇ ਕਲੀਅਰ ਕੱਟ ਡਾਇਬਟੀਜ਼ ਹੈ। ਅਗਰ ਕਿਸੇ ਦੀ ਸ਼ੂਗਰ 140 ਤੋਂ ਨੀਚੇ ਹੈ ਤੇ ਉਹ ਸੇਫ ਜ਼ੋਨ ਵਿੱਚ ਹੈ। ਬਟ ਅਗਰ ਇੱਕ ਪੇਸ਼ੈਂਟ ਜਿਹਦੀ ਸ਼ੂਗਰ 140 ਤੋਂ 200 ਤੱਕ ਰਹਿੰਦੀ ਹੈ, ਉਹ ਵੀ ਮੋਸਟਲੀ ਮਤਲਬ ਉਹਨੂੰ ਬਾਅਦ ਦੀ ਡਾਇਬਟੀਜ਼ ਹੋਣੇ ਦੀ ਰਿਸਕ ਵੱਧ ਜਾਂਦੀ ਹੈ, ਉਹ ਵੀ ਪ੍ਰੀ ਡਾਇਬਟੀਜ਼ ਹੀ ਜਾਂਦਾ ਹੈ। ਅਗਰ ਰੈਂਡਮ ਬਲੱਡ ਸ਼ੂਗਰ ਵੀ ਜਿਸ ਤਰ੍ਹਾਂ ਅਸੀਂ ਖਾਣੇ ਤੋਂ ਬਾਅਦ ਦੀ ਸ਼ੂਗਰ ਦੇਖਦੇ ਹਾਂ, ਉਸੇ ਤਰ੍ਹਾਂ ਹੀ ਅਸੀਂ ਚੈੱਕ ਕਰਦੇ ਹਾਂ। ਜੋ ਲੇਟੈਸਟ ਸਾਡੇ ਕੋਲ ਇੱਕ ਟੈਸਟ ਅਸੀਂ ਕਰਦੇ ਹਾਂ HbA1c, ਉਸ ਵਿੱਚ ਸਾਨੂੰ 3 ਮੰਥਸ ਦੀ ਤੁਹਾਡੀ ਐਵਰੇਜ ਸ਼ੂਗਰ ਪਤਾ ਚੱਲਦੀ ਹੈ। ਉਸ ਦੀ ਵੈਲਿਊ ਵੀ ਅਗਰ ਕਿਸੇ ਦੀ 6.5 ਜਾਂ ਉਸ ਤੋਂ ਵਾਧੂ ਹੋਏ ਤਾਂ ਉਹਨੂੰ ਡਾਇਬਟੀਜ਼ ਡਾਇਗਨੋਸਿਸ ਹੁੰਦੀ ਹੈ। ਅਗਰ ਕਿਸੇ ਦਾ ਲੈਵਲ 5.6 ਤੋਂ ਨੀਚੇ ਹੋਏ ਤਾਂ ਹੀ ਉਹ ਹੁੰਦਾ ਨਾਰਮਲ ਹੈ। ਅਗਰ 5.6 ਤੋਂ 6.5 ਦੇ ਵਿੱਚ ਵੀ ਰਹਿੰਦਾ ਹੈ, ਉਹ ਵੀ ਪੇਸ਼ੈਂਟ ਮਤਲਬ ਉਹਨੂੰ ਡਾਇਬਟੀਜ਼ ਹੋਣ ਦੀ ਰਿਸਕ ਵੱਧ ਸਕਦੀ ਹੈ ਔਰ ਉਹਨੂੰ ਅੱਗੇ ਜਾ ਕੇ ਡਾਇਬਟੀਜ਼ ਹੋ ਸਕਦਾ ਹੈ। ਹੁਣ ਜੋ ਡਾਇਬਟੀਜ਼ ਦੀ ਸਾਡੀ ਮੈਨੇਜਮੈਂਟ ਹੈ, ਅਸੀਂ ਕਿਸ ਤਰ੍ਹਾਂ ਫੋਲੋ ਅਪ ਕਰਦੇ ਹਾਂ, ਉਹਦੇ ਬਾਰੇ ਤੁਹਾਨੂੰ ਰੋਸ਼ਨੀ ਡਾਕਟਰ ਤਜਿੰਦਰ ਪਾਵਾਂਗੇ। ਹੁਣ ਇੱਦਾਂ ਆ ਕਿ ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਕਿ ਪਹਿਲਾਂ ਆਪਾਂ ਨੂੰ ਲੱਛਣ ਕੀ ਸੀਗੇ, ਪਿਆਸ ਜ਼ਿਆਦਾ, ਪਿਸ਼ਾਬ ਜ਼ਿਆਦਾ ਆਉਣਾ, ਵਾਰ-ਵਾਰ ਇਨਫੈਕਸ਼ਨਸ ਹੋਣੀ ਹੈ, ਜੋ ਇੰਡੀਕੇਟ ਕਰਦੇ ਕਿ ਆਪਾਂ ਨੂੰ ਸ਼ੂਗਰ ਹੋ ਸਕਦੀ ਹੈ। ਆਪਾਂ ਸਿੰਪਲ ਬਲੱਡ ਟੈਸਟ ਦੇ ਨਾਲ ਸ਼ੂਗਰ ਚੈੱਕ ਕੀਤੀ। ਡਾਕਟਰ ਸਾਹਿਬ ਨੇ ਦੱਸਿਆ ਕਿ ਅਗਰ 125 ਤੋਂ ਖਾਲੀ ਪੇਟ ਵਾਲੀ ਸ਼ੂਗਰ ਉੱਪਰ ਹੈ ਔਰ ਖਾਣਾ ਖਾਣ ਤੋਂ ਬਾਅਦ ਵਾਲੀ ਅਗਰ 140 ਤੋਂ ਉੱਪਰ ਹੈ ਤਾਂ 200 ਤੋਂ ਉੱਪਰ ਹੈ ਤਾਂ ਉਹ ਡੈਫੀਨੇਟਲੀ ਸ਼ੂਗਰ ਹੈ। ਉਸ ਨੂੰ ਕਨਫਰਮ ਕਰਨ ਲਈ ਆਪਾਂ 3 ਮਹੀਨੇ ਦਾ ਐਵਰੇਜ ਸ਼ੂਗਰ ਟੈਸਟ ਕਰਦੇ ਹਾਂ। ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਉਹ HbA1c ਹੈ ਉਹ ਟੈਸਟ ਦਾ ਨਾਮ। ਉਹ ਡਾਕਟਰ ਸਾਹਿਬ ਨੇ ਕੱਟ ਆਫ ਦੱਸੀਆਂ ਕਿ 5.6 6.5 ਤੱਕ ਹੁੰਦੀ ਹੈ। 5.6 ਤੋਂ ਨੀਚੇ ਨੋ ਡਾਇਬਟੀਜ਼, 6.5 ਤੱਕ ਪ੍ਰੀ ਡਾਇਬਟੀਜ਼। ਹੁਣ ਆਪਾਂ ਇਹਨੂੰ ਮੈਨੇਜਮੈਂਟ ਕਿੱਦਾਂ ਕਰਨਾ ਆ? ਮੋਸਟਲੀ ਟਾਈਪ 1 ਡਾਇਬਟੀਜ਼ ਜਿੱਦਾਂ ਮੈਂ ਦੱਸਿਆ ਸੀ ਕਿ ਜੋ ਬੱਚਿਆਂ ਦੇ ਵਿੱਚ ਜੋ ਡਾਇਬਟੀਜ਼ ਹੈ ਉਹਨੂੰ ਤਾਂ ਇਨਸੂਲਿਨ ਦੇ ਨਾਲ ਹੀ ਟਰੀਟ ਕਰਨਾ ਪਏਗਾ ਔਰ ਇਹ ਜਿੰਨੀ ਜਲਦੀ ਆਪਾਂ ਇਹ ਚੀਜ਼ ਨੂੰ ਸਮਝ ਲਾਂਗੇ ਉਨਾ ਜਲਦੀ ਔਰ ਅੱਛੇ ਤਰੀਕੇ ਨਾਲ ਮੈਨੇਜ ਕਰ ਪਾਵਾਂਗੇ। ਕਿਸੇ ਦੀ ਆਪਾਂ ਮਿੱਥ ਦੇ ਵਿੱਚ ਨਹੀਂ ਆਉਣਾ ਕਿ ਕੋਈ ਦੇਸੀ ਦਵਾਈ ਜਾਂ ਕੁਛ ਇੱਦਾਂ ਦਾ ਸਾਡਾ ਹੱਲ ਬਣ ਜਾਏਗਾ, ਇਕੱਲੀ ਡਾਈਟ ਨਾਲ ਹੱਲ ਬਣ ਜਾਏਗਾ, ਐਕਸਰਸਾਈਜ਼ ਨਹੀਂ। ਟਾਈਪ 1 ਡਾਇਬਟੀਜ਼ ਲਈ ਡੈਫੀਨੇਟ ਇਨਸੂਲਿਨ ਟ੍ਰੀਟਮੈਂਟ ਆਪਣੀ ਮੇਨ ਮੈਨੇਜਮੈਂਟ ਰਹਿੰਦੀ ਹੈ। ਔਰ ਜੋ ਟਾਈਪ 2 ਡਾਇਬਟੀਜ਼ ਹੈ ਜੋ ਆਪਾਂ ਐਲਡਰਲੀਜ਼ ਦੇ ਵਿੱਚ ਦੇਖਦੇ ਹਾਂ, ਉਹਦੇ ਵਿੱਚ ਡੈਫੀਨੇਟਲੀ ਲਾਈਫ ਸਟਾਈਲ ਮੋਡੀਫਿਕੇਸ਼ਨਸ ਆਉਂਦੀਆਂ ਨੇ। ਸਭ ਤੋਂ ਪਹਿਲਾਂ ਉਹਦੇ ਵਿੱਚ ਆ ਜਾਂਦਾ ਹੈ ਕਿ ਆਪਣੀ ਡਾਈਟਸ ਐਡਜਸਟ ਕਰਨੀ, ਕਾਰਬੋਹਾਈਡਰੇਟ ਇੱਕ ਲਿਮਿਟਿਡ ਕੁਆਂਟੀਟੀ ਦੇ ਵਿੱਚ ਲੈਣੇ ਆ ਔਰ ਪ੍ਰੋਪਰ ਸਾਰੇ ਪੋਰਸ਼ਨਸ ਕਾਰਬੋਹਾਈਡਰੇਟਸ, ਫੈਟਸ ਔਰ ਪ੍ਰੋਟੀਨਸ ਇੱਕ ਪ੍ਰੋਪਰ ਮਾਤਰਾ ਦੇ ਵਿੱਚ ਲੈਣਾ, ਜਿਹਦੇ ਲਈ ਆਪਾਂ ਆਪਣੇ ਡਾਕਟਰ ਤੋਂ ਜਾਂ ਆਪਣੇ ਡਾਈਟੀਸ਼ੀਅਨ ਤੋਂ ਸਲਾਹ ਲੈ ਸਕਦੇ ਹਾਂ। ਦੂਸਰਾ, ਡਾਈਟ ਦੇ ਨਾਲ ਨਾਲ ਐਕਸਰਸਾਈਜ਼। ਟਾਈਪ 2 ਡਾਇਬਟੀਜ਼ ਲਈ 30 ਤੋਂ 45 ਮਿੰਟ ਦੀ ਮੋਡਰੇਟ ਅਮਾਊਂਟ ਆਫ ਐਕਸਰਸਾਈਜ਼ ਆਪਾਂ ਡੇਲੀ ਕਰਨੀ ਹੈ, ਜਿਹਦੇ ਵਿੱਚ ਜੋਗਿੰਗ ਹੋ ਗਈ, ਜੋ ਥੋੜੇ ਯੰਗ ਬੱਚੇ ਨੇ I mean 40s ਦੇ ਵਿੱਚ ਹੈਗੇ ਨੇ ਉਹ ਰਨਿੰਗ ਕਰ ਸਕਦੇ ਨੇ ਔਰ ਜੋ ਐਲਡਰਲੀ ਨੇ ਜੋ ਨਹੀਂ ਜੋਗਿੰਗ ਕਰ ਸਕਦੇ ਉਹ ਐਟਲੀਸਟ 45 ਮਿੰਟਸ ਦੀ ਵਾਕ ਰੱਖਣ ਡੇਲੀ। ਇਹਨਾਂ ਦੋਨਾਂ ਦਾ ਆਲਮੋਸਟ ਮੈਂ ਕਹੂੰਗਾ ਕਿ 50% ਰੋਲ ਹੈ ਸ਼ੂਗਰ ਨੂੰ ਕੰਟਰੋਲ ਕਰਨ 'ਚ, ਕਿਉਂਕਿ ਇਹ ਦੋਨੋਂ ਫੋਲੋ ਕਰਾਂਗੇ ਵੇਟ ਰਿਡਕਸ਼ਨ ਹੋਏਗੀ। ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੋਟਾਪਾ ਘਟੇਗਾ, ਸ਼ੂਗਰ ਕੰਟਰੋਲ 'ਚ ਆਏਗੀ। ਹੁਣ ਸ਼ੂਗਰ ਅਗਰ ਹੋ ਗਈ ਹੈ ਆਪਾਂ ਉਸ ਨੂੰ ਫੋਲੋ ਅਪ ਕਿੱਦਾਂ ਕਰਨਾ? ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਅਗਰ ਡਾਇਬਟੀਜ਼ ਹੈ, ਡਾਇਬਟਿਕ ਪਰਸਨ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਮੈਂ ਆਪਣੀ ABC, ਜਿੱਦਾਂ ਆਪਾਂ ਬੱਚਿਆਂ ਨੂੰ ਕਹਿੰਦੇ ਹਾਂ ਕਿ ABC ਸਿੱਖੋ, ਡਾਇਬਟੀਜ਼ ਵਾਲੇ ਪੇਸ਼ੈਂਟ ਨੂੰ ਵੀ ABC ਦੀ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ
ए ਦੇ ਵਿੱਚ ਆ ਜਾਂਦਾ A is HbA1c। ਡਾਇਗਨੋਸ ਡਾਇਬਟੀਜ਼ ਦੇ ਵਿੱਚ HbA1c ਦੀ ਕੱਟ ਆਫ 7 ਤੋਂ ਨੀਚੇ ਰੱਖਣਾ ਆਪਣਾ ਟਾਰਗੇਟ ਹੈ ਐਟਲੀਸਟ ਜਦੋਂ ਡਾਇਗਨੋਸ ਹੋ ਗਿਆ। ਦੂਸਰਾ ਬਲੱਡ ਪ੍ਰੈਸ਼ਰ, B ਇਜ਼ ਬਲੱਡ ਪ੍ਰੈਸ਼ਰ, ਉਹ 140/90 ਤੋਂ ਨੀਚੇ ਰਹਿਣਾ ਚਾਹੀਦਾ ਕਿਉਂਕਿ ਅਗਰ ਸ਼ੂਗਰ ਔਰ BP ਦੋਨੋਂ ਇਕੱਠੇ ਰਹਿੰਦੇ ਨੇ ਉਹ ਹਾਰਟ ਦਾ ਲੌਂਗ ਟਰਮ ਹਾਰਟ ਦੀਆਂ ਬਿਮਾਰੀਆਂ ਦੇ ਲਈ ਕਾਫੀ ਜ਼ਿਆਦਾ ਰਿਸਕ ਫੈਕਟਰ ਬਣ ਜਾਂਦਾ ਹੈ। ਤੀਸਰਾ ਆ ਜਾਂਦਾ ਹੈ ਕੋਲੇਸਟ੍ਰੋਲ, C ਇਜ਼ ਕੋਲੇਸਟ੍ਰੋਲ ਜੋ ਕਿ ਬੈਡ ਕੋਲੇਸਟ੍ਰੋਲ LDL ਕਹਿੰਦੇ ਆ, ਉਹਦੀ ਕੱਟ ਆਫ 100 ਤੋਂ ਨੀਚੇ, ABC ਆਫ ਡਾਇਬਟੀਜ਼ ਹੈ। ਤੀਸਰਾ ਬਾਕੀ ਐਡ ਔਨ ਹੁਣ ਆਪਾਂ ਫੋਲੋਅਪਸ ਲਈ ਕਰਦੇ ਹਾਂ ਕਿ ABC ਦੇ ਨਾਲ DEF ਵੀ ਐਡ ਕੀਤਾ ਜਾਂਦਾ ਹੈ। D ਇਜ਼ ਡਾਕਟਰਸ ਫੋਲੋਅਪ, ਰੈਗੂਲਰ ਮੰਥਲੀ ਔਰ 2 ਮੰਥਲੀ ਆਪਾਂ ਡਾਕਟਰ ਦੇ ਕੋਲ ਫੋਲੋਅਪ ਰੱਖਣਾ, ਚਾਹੇ ਆਪਣੀ ਸ਼ੂਗਰ ਕੰਟਰੋਲ ਹੋਵੇ ਤਾਂ ਵੀ। ਕਿਉਂ? ਕਿਉਂਕਿ ਕੰਪਲਿਕੇਸ਼ਨਸ ਆਉਣ ਦਾ ਰਿਸਕ ਹੁੰਦਾ ਹੈ। ਕੰਪਲਿਕੇਸ਼ਨਸ ਕੀ ਨੇ? E ਐਂਡ F। E ਇਜ਼ ਆਈ ਇਨਵੋਲਵਮੈਂਟ, ਲੰਬੇ ਸਮੇਂ ਦੀ ਸ਼ੂਗਰ ਆਪਣੀ ਅੱਖਾਂ ਤੇ ਇਫੈਕਟ ਕਰਦੀ ਹੈ, ਉਹਦੇ ਲਈ ਰੈਗੂਲਰ ਆਪਾਂ ਆਈ ਦੇ ਡਾਕਟਰ ਕੋਲ ਜਾ ਕੇ ਅੱਖਾਂ ਦਾ ਪੁਤਲੀ ਦੀ ਜਾਂਚ ਕਰਵਾਉਣੀ ਹੈ ਐਟਲੀਸਟ ਸਾਲ ਦੇ ਵਿੱਚ ਇੱਕ ਵਾਰ। ਅਗਰ ਕੋਈ ਨਿਗਾਹ ਦੀ ਪ੍ਰੋਬਲਮ ਲੱਗਦੀ ਹੈ ਫਿਰ ਜਲਦੀ ਵੀ ਜਾਣਾ ਡੈਫੀਨੇਟਲੀ। F ਤੋਂ ਆ ਜਾਂਦਾ ਫੁੱਟ ਕੇਅਰ, ਲੰਬੇ ਸਮੇਂ ਦੀ ਸ਼ੂਗਰ ਦੇ ਨਾਲ ਆਪਣੇ ਪੈਰਾਂ ਦੀਆਂ ਨਸਾਂ, ਨਿਊਰੋਪੈਥੀ ਜਿਹਨੂੰ ਕਹਿੰਦੇ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ, ਉਹਦੇ ਕਰਕੇ ਅਲਸਰਸ ਹੋਣ ਦਾ ਰਿਸਕ, ਪੈਰਾਂ ਦੇ ਉੱਤੇ ਜ਼ਖਮ ਹੋਣ ਦਾ ਰਿਸਕ, ਤਰ੍ਹਾਂ ਤਰ੍ਹਾਂ ਦੀਆਂ ਇਨਫੈਕਸ਼ਨਾਂ ਜਿਹਦੇ ਕਰਕੇ ਕਈ ਵਾਰ ਆਪਾਂ ਦੇਖਾਂਗੇ ਕਈਆਂ ਦਾ ਪੈਰ ਵੀ ਕੱਟਣਾ ਪੈਂਦਾ। ਇਸ ਲਈ DEF ਡਾਕਟਰਸ ਵਿਜ਼ਿਟ ਇਜ਼ ਇੰਪੋਰਟੈਂਟ ਟੂ ਪ੍ਰੀਵੈਂਟ ਆਈ, ਫੁੱਟ ਐਂਡ ਕਿਡਨੀਜ਼। ਗੁਰਦਿਆਂ ਦੇ ਉੱਤੇ ਲੰਬੇ ਸਮੇਂ ਦੀ ਸ਼ੂਗਰ ਇਫੈਕਟ ਕਰਦੀ ਹੈ, ਉਹਦੇ ਲਈ ਆਪਾਂ ਸਾਲ ਬਾਏ ਸਾਲ ਪਿਸ਼ਾਬ ਦਾ ਔਰ ਕ੍ਰੈਟਿਨਿਨ ਦਾ ਟੈਸਟ ਡਾਕਟਰ ਕੋਲੇ ਜਾ ਕੇ ਡੈਫੀਨੇਟਲੀ ਚੈੱਕ ਕਰਵਾਉਂਦੇ ਰਹਿਣਾ ਹੈ। ਹੁਣ ਇਸ ਨੂੰ ਪ੍ਰੀਵੈਂਟ ਕਿੱਦਾਂ ਕਰਨਾ ਹੈ ਸ਼ੂਗਰ ਨੂੰ ਔਰ ਅੱਗੇ ਦੇ ਕੀ ਹੈਗੇ ਨੇ, ਡਾਕਟਰ ਜਸਪ੍ਰੀਤ ਦੁਬਾਰਾ ਥੋੜੇ ਇਸ ਚੀਜ਼ ਦੇ ਬਾਰੇ ਆਪਾਂ ਨੂੰ ਦੱਸਣਗੇ। ਅਗਰ ਅਸੀਂ ਡਾਇਬਟੀਜ਼ ਦੀ ਪ੍ਰੀਵੈਂਸ਼ਨ ਦੀ ਗੱਲ ਕਰਾਂ, ਡਾਕਟਰ ਤੇਜਿੰਦਰ ਨੇ ਤੁਹਾਨੂੰ ਡਾਇਬਟੀਜ਼ ਦੇ ਪੇਸ਼ੈਂਟ ਦਾ ਪੂਰਾ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣਾ ਸ਼ੂਗਰ ਕੰਟਰੋਲ ਰੱਖ ਸਕਦਾ ਹੈ, ਕਿਸ ਤਰ੍ਹਾਂ ਫੋਲੋ ਕਰ ਸਕਦਾ ਹੈ। ਮੈਂ ਗੱਲ ਕਰਾਂਗਾ ਕਿ ਉਹ ਪੇਸ਼ੈਂਟ ਜਿਨ੍ਹਾਂ ਨੂੰ ਡਾਇਬਟੀਜ਼ ਨਹੀਂ ਹੈ, ਜੋ ਹਾਈ ਰਿਸਕ ਹਨ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ ਡਾਇਬਟੀਜ਼। ਉਸ ਵਿੱਚ ਮੇਨ ਚੀਜ਼ ਆ ਜਾਂਦੀ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਡਾਇਬਟੀਜ਼ ਐਸੀ ਬਿਮਾਰੀ ਹੈ ਜਿਸ ਵਿੱਚ ਅਸੀਂ ਨਾ ਬੋਡੀ ਦੇ ਅੰਦਰ ਸ਼ੂਗਰ ਯੂਟਿਲਾਈਜ਼ ਨਹੀਂ ਕਰ ਪਾਉਂਦੇ, ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਤੇ ਹੁਣ 2 ਵੇਜ਼ ਹਨ। ਇੱਕ ਵੇ ਹੁੰਦਾ ਹੈ ਕਿ ਅਗਰ ਜਿਹੜਾ ਸਾਡਾ ਇਨਟੇਕ ਹੈ, ਜਿਹੜਾ ਅਸੀਂ ਜੋ ਚੀਜ਼ ਦਾ ਸ਼ੂਗਰ ਜਿਸ ਨਾਲ ਸਾਡੇ ਅੰਦਰ ਵੱਧ ਰਹੀ ਹੈ ਉਹਦਾ ਇਨਟੇਕ ਘਟਾ ਦਿਆਂ। ਦੂਜਾ ਵੇ ਹੈ ਕਿ ਜਿਹੜਾ ਸਾਡੀ ਬੋਡੀ 'ਚ ਅੱਗੇ ਤੋਂ ਸ਼ੂਗਰ ਵਧੀ ਹੈ ਉਹਦਾ ਅਸੀਂ ਐਕਸਪੈਂਡੀਚਰ ਵਧਾਤਾ। ਤੇ ਸਾਨੂੰ ਆਪਣੀ ਇਨਪੁਟ ਤੇ ਆਊਟਪੁੱਟ ਤੇ ਧਿਆਨ ਰੱਖਣਾ ਹੈ। ਅਗਰ ਅਸੀਂ ਇਨਟੇਕ ਦੀ ਗੱਲ ਕਰਾਂ ਤੇ ਸਾਨੂੰ ਮੇਨ ਚੀਜ਼ ਇਹ ਹੈ ਕਿ ਸਾਨੂੰ ਇੱਕ ਪ੍ਰੋਪਰ ਬੈਲੈਂਸਡ ਡਾਈਟ ਫੋਲੋ ਕਰਨੀ ਹੈ। ਸਾਨੂੰ ਦੇਖੋ, ਜਿਨ੍ਹਾਂ ਨੂੰ ਹਾਈ ਰਿਸਕ ਡਾਇਬਟੀਜ਼ ਦੀ ਰਿਸਕ ਹੈ ਉਹਨਾਂ ਨੂੰ ਜ਼ਿਆਦਾ ਕੰਸਨਟ੍ਰੇਟਿਡ ਜਿਹੜਾ ਹੈ ਸ਼ੂਗਰਸ, ਜਿਸ ਤਰ੍ਹਾਂ ਹਾਈ ਗਲਾਈਸੈਮਿਕ ਇੰਡੈਕਸ ਵਾਲੀ ਸ਼ੂਗਰਸ, ਜਿਸ ਤਰ੍ਹਾਂ ਸਾਡੀ ਕੋਲਡ ਡਰਿੰਕਸ ਹੋ ਗਈ, ਆਈਸਕ੍ਰੀਮ ਹੋ ਗਿਆ, ਜੂਸਿਸ ਹੋ ਗਏ, ਇਹ ਸਾਰੀ ਚੀਜ਼ ਅਵੋਇਡ ਕਰਨੀ ਹੈ। ਦੂਜਾ ਉਸ ਤੋਂ ਬਾਅਦ ਸਾਡਾ ਜਿੰਨਾ ਇੱਕ ਫਾਸਟ ਫੂਡ ਹੈ ਉਸ ਵਿੱਚ ਬਹੁਤ ਹੀ ਡੈਂਸ ਕਾਰਬੋਹਾਈਡਰੇਟਸ ਹਨ, ਖਾਲੀ ਐਮਟੀ ਕੈਲਰੀਜ਼ ਹਨ, ਉਹ ਵਾਲਾ ਸਾਰਾ ਫੂਡ ਸਾਨੂੰ ਅਵੋਇਡ ਕਰਨਾ ਹੈ। ਉਹਨਾਂ ਤੋਂ ਜਿੰਨਾ ਅਸੀਂ ਦੂਰ ਰੱਖ ਸਕਦੇ ਹਾਂ ਰਹਿਣਾ ਹੈ। ਦੂਜਾ ਸਾਨੂੰ ਅਸੀਂ ਪ੍ਰੋਪਰ ਨਿਊਟ੍ਰੀਐਂਟ ਬੈਲੈਂਸ ਡਾਈਟ ਜਿਸ ਵਿੱਚ ਆਲਮੋਸਟ 50 to 60% ਕਾਰਬੋਹਾਈਡਰੇਟ, 20 to 30% ਪ੍ਰੋਟੀਨ ਔਰ 10% ਤੱਕ ਸਾਡੇ ਫੈਟ ਹੋਣ, ਉਸ ਤਰ੍ਹਾਂ ਦਾ ਫੂਡ ਲੈਣਾ ਚਾਹੀਦਾ ਹੈ। ਔਰ ਪ੍ਰੋਪਰ ਸਾਡੇ ਵਿਟਾਮਿਨਸ ਔਰ ਜਿਸ ਤਰ੍ਹਾਂ ਬਹੁਤ ਸਾਰੇ ਫਰੂਟਸ, ਸੈਲਡਸ, ਇਨ ਸਭ ਦਾ ਇਨਟੇਕ ਸਾਨੂੰ ਵਧਾਉਣਾ ਚਾਹੀਦਾ ਹੈ। ਜੋ ਸੈਕਿੰਡ ਐਸਪੈਕਟ ਹੈ ਇਸ ਦਾ ਸਾਡਾ ਐਕਸਪੈਂਡੀਚਰ, ਸਾਡਾ ਐਨਰਜੀ ਐਕਸਪੈਂਡੀਚਰ, ਕਿਉਂਕਿ ਮੋਸਟਲੀ ਅਗਰ ਦੇਖਾ ਗਿਆ ਹੈ ਕਿ ਜਿਹੜੀ ਸਾਡੀ ਡਾਈਟ ਹੈ ਉਹ ਜਿਸ ਤਰ੍ਹਾਂ ਸਾਰੀ ਹਿਸਟੋਰਿਕ ਟਾਈਮ ਤੋਂ ਚੱਲ ਰਹੀ ਸੀ ਉਸ ਤਰ੍ਹਾਂ ਹੀ ਚੱਲ ਰਹੀ ਹੈ, ਬਟ ਹੁਣ ਸਾਡਾ ਐਕਸਪੈਂਡੀਚਰ ਘਟ ਗਿਆ ਹੈ ਕਿਉਂਕਿ ਅਸੀਂ ਉਨਾ ਕੰਮ ਤੇ ਕਰਦੇ ਨਹੀਂ, ਨਾ ਅਸੀਂ ਖੇਤੀਬਾੜੀ ਕਰਦੇ ਹਾਂ, ਸਭ ਚੀਜ਼ਾਂ ਮਸ਼ੀਨਸ ਕਰਦੀਆਂ। ਤੇ ਮੇਨ ਚੀਜ਼ ਸਾਨੂੰ ਹੈ ਕਿ ਸਾਨੂੰ ਅਗਰ ਆਪਣੀ ਡਾਈਟ ਪਹਿਲੇ ਜੈਸੀ ਰੱਖਣੀ ਹੈ, ਅਗਰ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਜੈਸਾ ਹੀ ਫੂਡ ਰੱਖਾਂ, ਤੇ ਮੇਨ ਚੀਜ਼ ਸਾਨੂੰ ਕੀ ਕਰਨੀ ਪਏਗੀ, ਆਪਣਾ ਐਕਸਪੈਂਡੀਚਰ ਵਧਾਉਣਾ ਪਏਗਾ। ਉਹਦੇ ਅਸੀਂ ਕੀ ਕਰਨਾ ਹੈ, ਮਿਨੀਮਮ ਜੋ ਬੰਦੇ ਯੰਗ ਹਨ, ਹੈਲਦੀ ਹਨ, ਮਿਨੀਮਮ 45 ਮਿੰਟਸ ਪਰ ਡੇ ਉਹਨਾਂ ਨੂੰ ਐਕਸਰਸਾਈਜ਼ ਕਰਨੀ ਹੈ। ਔਰ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰ ਸਕਦੇ ਹਾਂ ਜਿਹਦੇ ਸਾਡੀ ਬਾਡੀ ਦੀ ਪੂਰੀ ਮਸਲਸ ਇਨਵੋਲਵ ਹੋਣ, ਲਾਈਕ ਸਾਡੇ ਐਰੋਬਿਕ ਹੋ ਗਈ, ਬੈਡਮਿੰਟਨ ਖੇਲਣਾ ਹੋ ਗਿਆ, ਰਨਿੰਗ ਹੋ ਗਈ, ਜੋਗਿੰਗ ਹੋ ਗਈ, ਇਸ ਤਰ੍ਹਾਂ ਦੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ। ਅਗਰ ਤੁਸੀਂ ਥੋੜਾ ਉਸ ਤਰ੍ਹਾਂ ਦੀ ਐਕਸਰਸਾਈਜ਼ ਮਤਲਬ ਲਾਈਕ ਤੁਸੀਂ ਰਨਿੰਗ ਨਹੀਂ ਕਰ ਸਕਦੇ, ਅਗਰ ਸਪੋਜ਼ ਕੋਈ ਜਿਮ ਨਹੀਂ ਜਾ ਸਕਦਾ, ਤੁਸੀਂ ਇਸ ਤਰ੍ਹਾਂ ਦਾ ਕਰ ਸਕਦੇ ਹੋ ਕਿ ਤੁਸੀਂ ਵਾਕ ਹੀ ਕਰ ਲਓ, ਲੇਕਿਨ ਥੋੜੀ ਬ੍ਰਿਸਕ ਵਾਕਿੰਗ ਕਰਨੀ ਹੈ ਤਾਂ ਕਿ ਤੁਹਾਡਾ ਹਾਰਟ ਬੀਟ ਥੋੜਾ ਵਧੇ ਜਾਂ ਥੋੜਾ ਹਲਕਾ ਜਿਹਾ ਸਾਹ ਚੜੇ। ਮਤਲਬ ਇਸ ਤਰ੍ਹਾਂ ਤੋਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਅਗਰ ਤੁਸੀਂ ਘਰ 'ਚ ਰਹਿੰਦੇ ਹੋ, ਇਨਡੋਰ ਐਕਟੀਵਿਟੀਜ਼ ਵਿੱਚ ਤੁਸੀਂ ਲਾਈਕ ਕਿ ਜਿਸ ਤਰ੍ਹਾਂ ਰੋਪ ਸਕਿਪਿੰਗ ਹੁੰਦੀ ਹੈ, ਬੜੀ ਸਾਰੀ ਕੁੜੀਆਂ ਸਾਡੀ ਕਰਦੀ ਸੀ, ਰੋਪ ਸਕਿਪਿੰਗ ਤੁਸੀਂ ਕਰ ਸਕਦੇ ਹੋ। ਦੂਜਾ ਤੁਸੀਂ ਥੋੜਾ ਜਿਹਾ ਘਰ ਦੇ ਅੰਦਰ ਹੀ ਆਪਣੇ ਆਂਗਨ ਵਿੱਚ ਹੀ ਵਾਕ ਕਰ ਸਕਦੇ ਹੋ। ਇਨ ਸਾਰੀ ਚੀਜ਼ਾਂ ਨਾਲ ਆਲਮੋਸਟ ਤੁਸੀਂ ਆਪਣਾ
એનર્ਜੀ ਐਕਸਪੈਂਡੀਚਰ ਵਧਾ ਸਕਦੇ ਹੋ। ਜੋ ਬੰਦੇ ਜਿਮ ਜਾਂਦੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਮਿਨੀਮਮ ਅਗਰ ਤੁਸੀਂ ਰੈਜ਼ਿਸਟੈਂਸ ਟ੍ਰੇਨਿੰਗ ਕਰਨੀ ਹੈ ਤਾਂ 2-3 ਦਿਨ ਟਾਈਮ ਤੁਸੀਂ ਈਜ਼ੀਲੀ ਜਾ ਸਕਦੇ ਹੋ। ਉਸ ਤੋਂ ਵੱਧ ਵੀ ਵਾਧੂ ਵੀ ਕੋਈ ਜਾਏਗਾ ਤਾਂ ਕੋਈ ਪ੍ਰੋਬਲਮ ਨਹੀਂ ਹੈ। ਇਸ ਤੋਂ ਇਲਾਵਾ ਅਗਰ ਥਰਡ ਪਾਰਟ ਦੇਖਾ ਜਾਏ, ਜੋ ਪੇਸ਼ੈਂਟ ਮੋਟੇ ਹਨ, ਕਿਉਂਕਿ ਓਬੈਸਿਟੀ ਮੈਂ ਤੁਹਾਨੂੰ ਦੱਸਿਆ ਕਿ ਉਹ ਬਹੁਤ ਹੀ ਇੰਪੋਰਟੈਂਟ ਰਿਸਕ ਫੈਕਟਰ ਹੈ ਡਾਇਬਟੀਜ਼ ਦਾ, ਤੇ ਜੋ ਵੀ ਮੋਟਾ ਬੰਦਾ ਹੈ ਉਹਨੂੰ ਕੋਸ਼ਿਸ਼ ਕਰਨੀ चाहिए कि ਆਲਮੋਸਟ ਉਹ ਆਪਣਾ 10% ਆਫ ਦਾ ਬੋਡੀ weight ਰਿਡਿਊਸ ਕਰੇ। ਮਤਲਬ ਅਗਰ ਕੋਈ 70 kg ਦਾ ਪੇਸ਼ੈਂਟ ਹੈ ਉਹਨੂੰ ਕੋਸ਼ਿਸ਼ ਕਰਨੀ चाहिए ਦੀ ਹੈ ਕਿ ਆਲਮੋਸਟ ਅਰਾਊਂਡ 7 kg ਉਹ weight loss ਕਰੇ। ਉਹਦੇ ਬਹੁਤ ਸਾਰੇ ਤਰੀਕੇ ਮੈਂ ਜਿਸ ਤਰ੍ਹਾਂ ਤੁਸੀਂ ਆਪਣੇ ਇੱਕ ਵਾਰੀ ਡਾਕਟਰ ਨਾਲ ਕੰਸਲਟ ਕਰਕੇ ਇੱਕ ਡਾਈਟ ਚਾਰਟ ਫੋਲੋ ਕਰ ਸਕਦੇ ਹੋ। ਦੂਜਾ ਤੁਸੀਂ ਆਪਣੀ એનર્ਜੀ ਜਿਹੜੀ ਐਕਸਰਸਾਈਜ਼ ਕਰਕੇ ਐਕਸਪੈਂਡੀਚਰ ਵਧਾ ਸਕਦੇ ਹੋ। ਦੇਖਾ ਗਿਆ ਹੈ ਕਿ ਜਿਸ ਤਰ੍ਹਾਂ ਹੀ ਤੁਸੀਂ ਅਗਰ ਆਪਣਾ weight loss ਕਰਦੇ ਹੋ ਤੁਹਾਡੇ ਈਵਨ ਡਾਇਬਟੀਜ਼ ਹੋਣੇ ਦੇ ਚਾਂਸਸ ਬਹੁਤ ਹੀ ਅੱਗੇ ਰਿਸਕ ਘਟ ਜਾਂਦੀ ਹੈ। ਈਵਨ ਡਾਇਬਟੀਜ਼ ਰਿਵਰਸਲ ਹੋਣੇ ਦੇ ਵੀ ਬਹੁਤ ਚਾਂਸਸ ਹੈ, ਜਾਂ ਡਾਇਬਟੀਜ਼ ਰਿਵਿਸ਼ਨ ਤੇ ਚਲੀ ਜਾਂਦੀ ਹੈ। ਉਹਦਾ ਇਹ ਫਾਇਦਾ ਹੁੰਦਾ ਹੈ ਕਿ ਜੋ ਡਾਇਬਟੀਜ਼ ਤੁਹਾਨੂੰ ਹੁਣ ਹੋਣੀ ਸੀ ਉਹ ਹੋ ਸਕਦਾ 5 ਸਾਲ ਬਾਅਦ ਹੋਏ, 10 ਸਾਲ ਬਾਅਦ ਹੋਏ। ਤੇ ਮੇਨ ਇਹਨਾਂ ਚੀਜ਼ਾਂ ਦਾ ਅਗਰ ਅਸੀਂ ਧਿਆਨ ਰੱਖਾਂਗੇ ਤੇ ਅਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਹਾਂ। ਤੀਸਰਾ ਪਾਰਟ ਜੋ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ, ਅਪਾਰਟ ਫਰਮ ਇਨਪੁਟ ਆਊਟਪੁਟ, ਸਾਡਾ ਰਿਪੋਰਟ ਕਾਰਡ ਸਾਨੂੰ ਡਾਕਟਰ ਦੱਸ ਸਕਦਾ ਹੈ। ਇਸ ਤਰ੍ਹਾਂ ਦੇ ਅਸੀਂ ਸੋਚਾਂਗੇ ਕਿ ਅਸੀਂ ਐਕਸਰਸਾਈਜ਼ ਵੀ ਕਰਦੇ ਹਾਂ, ਅਸੀਂ ਤੇ ਮਿੱਠਾ ਨਹੀਂ ਖਾਂਦੇ, ਲੇਕਿਨ ਸਾਡਾ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਡਾਕਟਰ ਦੱਸ ਸਕਦਾ। ਤੁਹਾਨੂੰ ਸਾਲ ਵਿੱਚ ਨੀਅਰਲੀ ਇੱਕ ਟਾਈਮ ਆਪਣੇ ਡਾਕਟਰ ਨੂੰ ਮਿਲਣਾ ਹੈ, ਉਹਨੂੰ ਮਿਲ ਕੇ ਆਪਣਾ ਇੱਕ ਨਾਰਮਲ ਬੋਡੀ ਪ੍ਰੋਫਾਈਲ ਕਰਵਾਉਣਾ ਹੈ, ਤਾਂ ਕਿ ਤੁਹਾਨੂੰ ਤੁਹਾਡਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਹੋਵੇ, ਤੁਹਾਡਾ HbA1c ਤੁਹਾਡੇ ਸਾਹਮਣੇ ਹੋਵੇ, ਤੁਹਾਡੇ ਸ਼ੂਗਰ ਲੈਵਲ ਤੁਹਾਡੇ ਸਾਹਮਣੇ ਹੋਣ। ਇਸ ਤਰ੍ਹਾਂ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਵਾਸਤੇ ਪਰਫਾਰਮ ਕਰ ਰਹੇ ਹੋ। ਤੇ ਇਨ ਚੀਜ਼ਾਂ ਦਾ ਤੁਸੀਂ ਅਗਰ ਧਿਆਨ ਰੱਖੋਗੇ ਤਾਂ ਤੁਸੀਂ ਡਾਇਬਟੀਜ਼ ਨੂੰ ਪ੍ਰੀਵੈਂਟ ਵੀ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਕੁਐਸਚਨਸ ਨੇ ਜਾਂ ਕੁਐਰੀਜ਼ ਨੇ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਵੀ ਵਿਲ ਰਿਵਰਟ ਬੈਕ। ਡਾਕਟਰ ਜਸਪ੍ਰੀਤ ਐਂਡੋਕਰਾਈਨੋਲੋਜਿਸਟ, ਮੈਂ ਡਾਕਟਰ ਤੇਜਿੰਦਰ ਇੰਟਰਨਲ ਮੈਡੀਸਨ ਡਾਇਬਟੋਲੋਜਿਸਟ, ਅਸੀਂ ਉਸ ਕੁਐਸਚਨਸ ਨੂੰ ਰਿਪਲਾਈ ਬੈਕ ਕਰਾਂਗੇ। ਸੋ ਮੈਂ ਸਾਰਿਆਂ ਨੂੰ ਵਿਸ਼ ਕਰਦਾ ਇਸ ਵਰਲਡ ਡਾਇਬਟੀਜ਼ ਡੇ ਤੇ ਕਿ ਆਪਾਂ ਪੂਰੇ ਐਂਥੂਸੀਆਜ਼ਮ ਨਾਲ ਆਪਣੀ ਲਾਈਫ ਸਟਾਈਲ ਚੇਂਜਸ ਕਰੀਏ ਤਾਂ ਕਿ ਅਸੀਂ ਡਾਇਬਟੀਜ਼ ਹੋਣ ਤੋਂ ਬਚਾਈਏ। ਟ੍ਰੀਟਮੈਂਟ ਨਹੀਂ, ਆਪਾਂ ਪ੍ਰੀਵੈਂਸ਼ਨ ਵੱਲ ਫੋਕਸ ਕਰੀਏ। ਵੀ ਸ਼ੁੱਡ ਫੋਕਸ ਔਨ ਪ੍ਰੀਵੈਂਸ਼ਨ ਰਾਦਰ ਦੈਨ ਗੈਟਿੰਗ ਟ੍ਰੀਟਡ। ਸੋ ਪ੍ਰੀਵੈਂਟ ਪਹਿਲਾਂ ਕਰੀਏ। ਤਾਂ ਮੈਂ ਸਾਰਿਆਂ ਨੂੰ ਵਿਸ਼ ਕਰਦਾ ਹੈਵ ਅ ਹੈਲਦੀ ਲਾਈਫ, ਡਾਇਬਟੀਜ਼ ਫ੍ਰੀ ਲਾਈਫ। ਥੈਂਕ ਯੂ।